हाँ जी गुड मॉर्निंग। नैक्सट टॉपिक है बच्चे अपना डेविएशन फ्रॉम द स्टेट ऑफ मैक्सिमम प्रोबाबिलिटी। ਆਪਾਂ ਨੂੰ ਸਭ ਨੂੰ ਪਤਾ ਹੈ ਜਦੋਂ n ਪਾਰਟੀਕਲ ਨੂੰ ਡਿਸਟ੍ਰੀਬਿਊਟ ਕਰਾਉਣਾ ਹੈ 2 ਕੰਪਾਰਟਮੈਂਟਸ ਦੇ ਵਿੱਚ ਤਾਂ ਮੈਕਰੋ ਸਟੇਟ ਆਪਣੇ ਕੋਲੇ ਕਿੰਨੀਆਂ ਆ ਸਕਦੀਆਂ n+1 ਤੇ ਮੈਕਰੋ ਸਟੇਟ r ਆਪਣੇ ਕੋਲੇ ਦਿੱਤੀ ਹੋਈ ਹੈ। ਉਸ ਦੀ ਮੈਕਸਿਮਮ ਪ੍ਰੋਬੇਬਿਲਿਟੀ ਕਦੋਂ ਹੋਗੀ? ਮੈਕਸਿਮਮ ਪ੍ਰੋਬੇਬਿਲਿਟੀ ਜਦੋਂ ਆਪਣੇ ਕੋਲ r ਦੀ ਵੈਲਿਊ ਕੀ ਹੈ n/2 ਹੈ ਤਾਂ ਮੈਕਰੋ ਸਟੇਟ ਆਪਣੀ ਕੀ ਬਣ ਜਾਏਗੀ n/2 ਤੇ n/2। n ਪਾਰਟੀਕਲ ਨੂੰ 2 ਕੰਪਾਰਟਮੈਂਟਸ ਦੇ ਵਿੱਚ ਡਿਸਟ੍ਰੀਬਿਊਟ ਕਰਾਂਗੇ ਦੈਨ ਮੈਕਰੋ ਸਟੇਟ ਕਿੰਨੀਆਂ ਆ ਸਕਦੀਆਂ n+1। ਅਗਰ ਮੈਕਰੋ ਸਟੇਟ r ਇਸ ਦੀ ਪ੍ਰੋਬੇਬਿਲਿਟੀ ਮੈਕਸਿਮਮ ਕਰਨੀ ਹੈ ਕਦੋਂ ਹੋ ਸਕਦੀ ਹੈ? ਜਦੋਂ r ਦੀ ਵੈਲਿਊ ਆਪਣੇ ਕੋਲ n/2 ਹੈ। ਦੈਟ ਮੀਨਸ ਮੈਕਰੋ ਸਟੇਟ ਕੀ ਬਣ ਗਈ n/2। ਪ੍ਰੋਬੇਬਿਲਿਟੀ ਆਫ ਮੈਕਰੋ ਸਟੇਟ r ਪ੍ਰੋਬੇਬਿਲਿਟੀ ਹੈਗੀ ਜਿਹੜੀ ਮੈਕਰੋ ਸਟੇਟ ਦੀ ਉਸ ਨੂੰ ਆਪਾਂ ਕਿਵੇਂ ਡਿਫਾਈਨ ਕਰਾਂਗੇ? ਲਾਸਟ ਟੌਪਿਕ ਦੇ ਵਿੱਚ ਆਪਾਂ ਕੀਤਾ ਸੀ n ਫੈਕਟੋਰੀਅਲ ਅਪੋਨ r ਫੈਕਟੋਰੀਅਲ ਇੰਟੂ n - r ਫੈਕਟੋਰੀਅਲ ਇੰਟੂ 1/2 ਦੀ ਪਾਵਰ n। ਅਗਰ ਆਪਣੇ ਕੋਲ ਪ੍ਰੋਬੇਬਿਲਿਟੀ ਮੋਸਟ ਪ੍ਰੋਬੇਬਲ ਮੈਕਰੋ ਸਟੇਟ n/2 ਉਸ ਨੂੰ ਆਪਾਂ ਡਿਨੋਟ ਕਰੀਏ p ਦੇ ਨਾਲ ਤੇ ਇੱਕ ਮੈਕਰੋ ਸਟੇਟ ਆਪਾਂ ਹੋਰ ਲੈ ਲਈ n/2 + x n/2 - x ਸਲਾਈਟਲੀ ਡਿਫਰੈਂਟ ਫਰੋਮ ਮੋਸਟ ਪ੍ਰੋਬੇਬਲ ਸਟੇਟ। ਇਹ ਜਿਹੜੀ ਮੋਸਟ ਪ੍ਰੋਬੇਬਲ ਸਟੇਟ ਹੈਗੀ n/2 ਤੇ n/2 ਇਸ ਦੇ ਨਾਲ ਆਪਾਂ ਸਲਾਈਟਲੀ ਡਿਫਰੈਂਟ ਇੱਕ ਹੋਰ ਸਟੇਟ ਲੈ ਕੇ ਚੱਲ ਪਏ n/2 + x n/2 ਤੇ -x। ਇਹ ਜਿਹੜੀ ਮੋਸਟ ਪ੍ਰੋਬੇਬਲ ਸਟੇਟ ਹੈ ਇਸ ਦੀ ਪ੍ਰੋਬੇਬਿਲਿਟੀ ਨੂੰ ਆਪਾਂ ਡਿਫਾਈਨ ਕਰਾਂਗੇ ਐਕਸਪ੍ਰੈਸ ਕਰਾਂਗੇ pm ਦੇ ਨਾਲ। ਅਗਰ ਇਹ ਵਾਲੀ ਜਿਹੜੀ ਹੈਗੀ ਹੈ ਇਸ ਨੂੰ ਆਪਾਂ ਡਿਨੋਟ ਕਰੀਏ px ਦੇ ਨਾਲ ਤਾਂ x ਦੇ ਵਿੱਚ ਜਿੰਨੀ x ਦੇ ਵਿੱਚ ਡੇਵੀਏਸ਼ਨ ਹੋਈ ਹੈ ਮੋਸਟ ਪ੍ਰੋਬੇਬਲ ਸਟੇਟ ਦੇ ਨਾਲੋਂ pm ਆਪਣੇ ਕੋਲੇ ਕੀ ਹੈ n ਫੈਕਟੋਰੀਅਲ ਅਪੋਨ n/2 ਫੈਕਟੋਰੀਅਲ ਇੰਟੂ n/2 ਫੈਕਟੋਰੀਅਲ ਇੰਟੂ 1/2 ਦੀ ਪਾਵਰ n। ਹੁਣ n/2 ਦਾ 2 ਟਾਈਮਸ ਆਪਣੇ ਕੋਲੇ ਫੈਕਟੋਰੀਅਲ ਤਾਂ ਇਸ ਨੂੰ ਲਿਖਾਂਗੇ n/2 ਦਾ ਫੈਕਟੋਰੀਅਲ ਉਸ ਦੀ ਸਕੇਅਰ। ਸਪੋਜ਼ ਇਹ ਇਕੁਏਸ਼ਨ ਆਪਣੇ ਕੋਲੇ ਫਰਸਟ ਹੈਗੀ ਹੈ। ਲੈਟ ਅਸ ਕੰਸੀਡਰ ਅ ਮੈਕਰੋ ਸਟੇਟ। ਕੋਈ ਵੀ ਆਪਣੇ ਕੋਲ ਮੈਕਰੋ ਸਟੇਟ ਆਪਾਂ ਕੰਸੀਡਰ ਕੀਤੀ ਹੈ ਜਿਹੜੀ ਮੋਸਟ ਪ੍ਰੋਬੇਬਲ ਮੈਕਰੋ ਸਟੇਟ ਦੇ ਨਾਲੋਂ ਡਿਫਰੈਂਟ ਹੈ ਬਾਏ x ਦੇ ਨਾਲ ਸੱਚ ਦੈਟ x <n। ਤਾਂ ਮਾਈਕਰੋ ਸਟੇਟ ਨੂੰ ਆਪਾਂ ਕਿਵੇਂ ਲਿਖਾਂਗੇ n/2 + x n/2 - x ਤੇ ਇਸ ਦੀ ਜਿਹੜੀ ਨਿਊ ਮੈਕਰੋ ਸਟੇਟ ਹੈ ਇਹ ਵਾਲੀ ਮੈਕਰੋ ਸਟੇਟ ਇਸ ਦੀ ਪ੍ਰੋਬੇਬਿਲਿਟੀ ਨੂੰ ਆਪਾਂ ਕਿਵੇਂ ਲਿਖ ਸਕਦੇ ਹਾਂ n ਫੈਕਟੋਰੀਅਲ ਅਪੋਨ n+2 x ਫੈਕਟੋਰੀਅਲ ਇੰਟੂ n - 2 x ਫੈਕਟੋਰੀਅਲ ਇੰਟੂ 1/2 ਦੀ ਪਾਵਰ n। ਇਸ ਤਰੀਕੇ ਨਾਲ ਆਪਾਂ ਇਸ ਜਿਹੜੀ ਪ੍ਰੋਬੇਬਿਲਿਟੀ ਹੈਗੀ ਹੈ ਇਹ ਵਾਲੀ ਨਿਊ ਮੈਕਰੋ ਸਟੇਟ ਦੀ ਉਸਨੂੰ ਐਕਸਪ੍ਰੈਸ ਕਰ ਸਪੋਜ਼ ਇਹ ਵਾਲੀ ਇਕੁਏਸ਼ਨ ਆਪਣੇ ਕੋਲੇ ਸੈਕਿੰਡ ਹੈ। ਹੁਣ ਸੈਕਿੰਡ ਤੇ ਜਿਹੜੀ ਫਰਸਟ ਇਕੁਏਸ਼ਨ ਹੈ ਉਹਨਾਂ ਦੋਨਾਂ ਨੂੰ ਆਪਾਂ ਡਿਵਾਈਡ ਕਰਾਂਗੇ px ਅਪੋਨ pm n ਫੈਕਟੋਰੀਅਲ ਅਪੋਨ ਇਹ ਵਾਲੀ ਟਰਮ ਇੰਟੂ ਦਿਸ ਅਪੋਨ ਇਹ ਵਾਲੀ ਟਰਮ ਇਹ ਵਾਲੀ ਇਕੁਏਸ਼ਨ। ਤਾਂ ਇੱਥੇ ਆਪਣੇ ਕੋਲੇ ਕੀ ਹੈ n ਦੇ ਨਾਲ n ਫੈਕਟੋਰੀਅਲ ਕੈਂਸਲ ਹੋ ਜਾਏਗਾ ਰਹਿ ਕਿਹੜਾ ਜਾਵੇਗਾ ਇਹ ਵਾਲਾ ਫੈਕਟੋਰੀਅਲ n/2 ਦੀ ਸਕੇਅਰ ਫੈਕਟੋਰੀਅਲ ਇੰਟੂ ਅਪੋਨ n+2 + x ਦਾ ਫੈਕਟੋਰੀਅਲ ਇੰਟੂ n/2 - x ਦਾ ਫੈਕਟੋਰੀਅਲ। ਇਹ ਵਾਲੀ ਟਰਮ ਦੇ ਨਾਲ ਦੂਜੀ ਟਰਮ ਦੇ ਵਿੱਚੋਂ pm ਦੇ ਨਾਲ ਉਹ ਕੈਂਸਲ ਹੋ ਜਾਏਗੀ। px ਨੂੰ ਆਪਾਂ ਕਿਵੇਂ ਲਿਖ ਸਕਦੇ ਹਾਂ pm ਵੱਲ ਇੱਧਰ ਲੈ ਕੇ ਆਵਾਂਗੇ ਤਾਂ ਮਲਟੀਪਲਾਈ ਹੋ ਜਾਏਗਾ ਇਹ ਵਾਲੀ ਟਰਮ ਦੇ ਨਾਲ। ਉਸ ਤੋਂ ਬਾਅਦ ਇਹ ਵਾਲੀ ਇਕੁਏਸ਼ਨ ਤੇ ਆਪਾਂ ਨੈਚੁਰਲ ਲੌਗ ਲੈਣਾ ਲੌਗ ਲੈ ਕੇ ਕੀ ਬਣ ਜਾਏਗਾ log px log pm ਪਲੱਸ 2 ਪਾਵਰ ਅੱਗੇ ਆ ਜਾਏਗੀ 2 n/2 ਦਾ log n/2 ਫੈਕਟੋਰੀਅਲ। ਹੁਣ ਇੱਥੇ ਆਪਣੇ ਕੋਲੇ ਕੀ ਹੈ ਮਲਟੀਪਲਾਈ 'ਚ ਨਹੀਂ ਮਲਟੀਪਲਾਈ 'ਚ ਬਣ ਜਾਏਗਾ log n/2 + x ਫੈਕਟੋਰੀਅਲ ਮਾਈਨਸ ਪਲੱਸ log n/2 - x ਫੈਕਟੋਰੀਅਲ। ਬਟ ਜਦੋਂ ਇਹਨੂੰ ਆਪਾਂ ਉੱਪਰ ਲੈ ਕੇ ਆਵਾਂਗੇ ਇਸ ਦੇ ਸਾਈਨ ਚੇਂਜ ਹੋ ਜਾਣਗੇ ਦੋਨਾਂ ਦੇ ਅੱਗੇ ਆਪਣੇ ਕੋਲੇ log ਦੇ ਵਿੱਚ ਮਾਈਨਸ ਸਾਈਨ ਆ ਜਾਏਗਾ। ਉਸ ਤੋਂ ਬਾਅਦ ਆ ਕੀ ਹੈ ਆਪਾਂ ਇਹ ਵਾਲਾ ਜਿਹੜਾ ਰਿਲੇਸ਼ਨ ਹੈ ਉਸ ਦੇ ਸਟੀਰਲਿੰਗ ਫਾਰਮੂਲਾ ਯੂਜ਼ ਕਰਾਂਗੇ। ਸਟੀਰਲਿੰਗ ਰਿਲੇਸ਼ਨ ਕੀ ਸੀ ਉਸ ਆਪਾਂ ਇਸ ਇਕੁਏਸ਼ਨ ਦੇ ਉੱਪਰ ਯੂਜ਼ ਕਰਾਂਗੇ log px log pm ਐਜ਼ ਇਟ ਇਜ਼। ਸਟੀਰਲਿੰਗ ਫਾਰਮੂਲਾ ਕੀ ਸੀ log n ਫੈਕਟੋਰੀਅਲ ਇਜ਼ ਇਕੁਅਲਸ ਟੂ n log n - n। ਇਹ ਹੈਗਾ ਆਪਣੇ ਕੋਲੇ 2 ਕੌਂਸਟੈਂਟ ਹੈ ਉਸਨੂੰ ਆਪਾਂ ਬਾਹਰ ਰੱਖਾਂਗੇ। ਇਹ ਹੈਗਾ log n ਫੈਕਟੋਰੀਅਲ ਮਤਲਬ log n/2 ਦਾ ਫੈਕਟੋਰੀਅਲ। ਇਸ ਦੇ ਸਟੀਰਲਿੰਗ ਫਾਰਮੂਲਾ ਲਗਾਵਾਂਗੇ ਆਪਾਂ n/2 ਐਜ਼ ਇਟ ਇਜ਼ ਮਾਈਨਸ ਇੰਟੂ log n/2 - n/2। ਸਿਮਿਲਰਲੀ ਇਹ ਵਾਲੀ ਟਰਮ ਦੇ ਲਗਾਵਾਂਗੇ ਮਾਈਨਸ ਐਜ਼ ਇਟ ਇਜ਼ n/2 + x ਇੰਟੂ log ਮਾਈਨਸ
ए वाली टर्म। फिर इसे स्टिलिंग फार्मूला यूज़ करांगे n/2 माइनस एक्स एज इट इज़ इंटू लॉग वाली टर्म ए वाली माइनस n/2 माइनस एक्स। ए वाली टर्म ए वाली टर्म तो ए वाली तिनों के उपर आपां स्टिलिंग फार्मूला यूज़ किया। नैक्सट आपां सारियां जिहड़ियां ब्रैकेट्स है उन्होंने ओपन करांगे। इत्थे बन log pm प्लस a2 दे नाल 2 कैंसल तो n log n/2 इस दे नाल 2 कैंसल तो माइनस n आ जाएगी माइनस n/2 प्लस एक्स इंटू लॉग n/2 प्लस एक्स माइनस n/2 प्लस एक्स सॉरी ए वाला माइनस इंटू लॉग वाली टर्म ए वाली टर्म तो ए वाली टर्म आप एक ब्रैकेट दे विच लिख लांगे एक जगह लिखांगे n/2 प्लस एक्स प्लस n/2 माइनस एक्स। उस तो बाद log pm प्लस n log n/2 माइनस n/2 प्लस एक्स log n/2 प्लस एक्स माइनस n/2 माइनस एक्स log n/2 माइनस एक्स। आ वाली टर्म नूं जदों आपां ऐड करांगे एक्स दे नाल एक्स कैंसल n/2 प्लस n/2 अपने कोल ऐड होके n बन जाएगा कला। उस तो बाद तुहाडे कोले की है नैक्सट स्टैप दे विच log pm एज इट इज़ प्लस n log n/2। हुण एक इत्थे माइनस पे है तो एक इत्थे अपने कोले प्लस है दोनों की हो जाएंगे कैंसल ताकि n/2 प्लस एक्स log n/2 प्लस एक्स माइनस ए वालियां टर्म आ जाएंगियां अपने कोल n दे नाल n कैंसल हो जाएगा। उस तो बाद की है log n/2 प्लस एक्स log n/2 बाई एक्स प्लस इनू कि आपां किवें लिख सकते हैं log n/2 इंटू 1 प्लस 2 एक्स अपॉन n मीनस आ वाले ब्रैकेट दे विचों n/2 आपां कॉमन करांगे जदों कॉमन करांगे इत्थे बन रह जाएगा 1 प्लस की बन जाएगा एक्स अपॉन n/2 मतलब 2x प्लस n बन जाएगा। तो इस नूं आपां किवें लिख सकते हैं ये मल्टीप्लाई च हो गया दोनों टर्म्स मल्टीप्लाई च हो गए जो इकल्ले कल्ले ते लगा लगावांगे तो दोनों के विचकार प्लस आ जाएगा तो log n/2 प्लस log 1 प्लस 2x अपॉन n। सिमिलरली log n/2 माइनस एक्स के विचों आपां जो n/2 कॉमन लवांगे तो की बन जाएगा अपने को log n/2 इंटू 1 माइनस 2x अपॉन n। अगेन आप दोनों अलग अलग की है log लगावांगे तो अपने को की है log n/2 प्लस log 1 माइनस 2x अपॉन n ये टर्म आ जाएगी। हुण एज की वैल्यू तो ए वाली वैल्यू दोनों आपां पुट करांगे इक्वेशन दे विच ए वाली जिहड़ी इक्वेशन आपां लास्ट दे विच कीती है उहदे विच आपां इस वैल्यूज़ नूं पुट करांगे तो अपने कोले की बन जाएगा log px इज इक्वल्स टू log pm प्लस log n/2 माइनस n/2 प्लस एक्स। ठीक है हुण एज दे नाल मल्टीप्लाई च ए वाली टर्म है एज की जगह ते आपां ए वाली टर्म नूं पुट करांगे log n/2 प्लस log 1 प्लस 2x अपॉन n माइनस सी n/2 माइनस एक्स इंटू दिस आ वाली टर्म मल्टीप्लाइज ए वाली जगह ते आपां पुट करांगे log n/2 प्लस log 1 माइनस 2x अपॉन n। उस तो बाद की है आपां टेलर थ्योरम यूज़ करांगे टेलर थ्योरम के अकॉर्डिंग log 1 प्लस एक्स नूं आपां की लिख सकते हैं एक्स माइनस एक्स स्क्वायर अपॉन 2 प्लस एक्स क्यूब अपॉन 3 माइनस एक्स दी पावर 4 अपॉन 4 मीनस जिहड़ियां तो ऑड वालियां हैगियां एक्स की पावर 1 एक्स की क्यूब एक्स की 5 और उसके अगे तो अपने को पॉजिटिव साइन आएगा तो जिहड़ियां अपने को ईवन दे विच हैगियां एक्स स्क्वायर एक्स की पावर 4 अप टू सो ऑन उसके अगे अपने को माइनस चलता आ रही है। log 1 माइनस एक्स नूं आपां किवें एक्सपेंड कर सकते हैं इस थ्योरम के अकॉर्डिंग माइनस एक्स स्क्वायर अपॉन 2 माइनस एक्स क्यूब अपॉन 3 सारी टर्म्स के अगे माइनस चलता आ रही है तो log 1 प्लस 2x अपॉन n नूं आपां किवें लिख सकते हैं एक्स की जगह तो अपने को 2x अपॉन n तो एक्स की जगह तो आप 2x अपॉन n इस दे विच पुट करांगे तो अपने को की बन जाएगा 2x अपॉन n माइनस 2x अपॉन n की स्क्वायर इंटू 1/2 अप टू सो ऑन। सिमिलरली अपने को 1 माइनस एक्स के विच आपां की है ए वाले एक्सपेंड करांगे log 1 माइनस 2x अपॉन n माइनस 2x अपॉन n माइनस 2x अपॉन n की स्क्वायर इंटू 1/2 अप टू सो ऑन। फिर आप इन्हां दोनों इक्वेशनस की जगह ते ए वाली जगह ते आप ये दोनों पुट करांगे पुट करके अपने को की है आप जिहड़ियां हायर टर्म्स है उन्होंने निगलैक्ट करना सिर्फ स्केयर के टर्म्स तक ही आप वैल्यूज़ पुट करांगे उस तो बाद आप सारी जिहड़ी सीरीज़ है उसनूं निगलैक्ट कर देंगे तो ये वाली इक्वेशन रिड्यूस होकर बन जाएगी log px इज इक्वल टू log pm प्लस n log n/2 माइनस n/2 प्लस एक्स इंटू log n/2
प्लस ए वाली टर्म की जगह पर आ लिखांगे 2x/n माइनस 2x/n की स्केयर इंटू 1/2। नैक्सट है माइनस n/2 माइनस x इंटू लॉग n/2 प्लस ए वाली टर्म की जगह पर ए वाली माइनस 2x/n माइनस 2x/n की स्केयर इंटू 1/2 निगलैक्टिंग हायर टर्म्स। उस तो बाद अपने को की है n/2 प्लस x, इसनूं आपां सॉल्व करांगे। ठीक है, सॉल्व किवें करांगे, लॉग n/2 एज इट इज़ प्लस 2x/n। हुण इत्थे आपां जदों इसकी स्केयर करांगे तां की बन जाएगा 4x² n²। 4 दे नाल 2 कैंसल, तो उपर की रह जाएगा 2x²n। सिमिलरली इस दे विच अपने कोल 2x²n² आ जाएगा। उस तो बाद आपां की करना है n/2 तो एक ओनली x जिस दे विच n/2 जो आप इसनूं मल्टीप्लाई करांगे, एक बार अपने को n/2 नाल होएगी, एक बार x दे नाल होएगी। सिमिलरली इस दे विच तो n/2 तो x दीयां जिहड़ियां टर्म्स आ उसनूं आपां अलग अलग कर लांगे। तो ए वाली इक्वेशन अपने को बन जाएगी। n/2 वाली टर्म्स नूं अलग लिख लिया, x वाली टर्म्स नूं आपां अलग लिखिया। उस तो बाद की है जो अलग अलग लिखांगे फिर आपां n/2 नाल ए वाली जिहड़ी आ रही है इस नाल टर्म उस दी मल्टीप्लाई करांगे। सिमिलरली एक्स दे नाल जदों आपां इह ब्रैकेट्स नूं ओपन कर लांगे सारी मल्टीप्लाई कीती तां तुहाडे कोले जिहड़ियां टर्म्स ने वो की है अपने टर्म कैंसल हो जाएगी। कैंसल होकर अपने को सिर्फ की रह जाएगा लॉग PM माइनस 2x²n। ए वाली टर्म 2 रह जाएगी, लॉग PM इज माइनस 2x² इंटू n। तो इत्थे अपने को इक्वल्स टू सी लॉग PX, तो लॉग PX माइनस लॉग PM उसनूं लिख सकते हैं आप लॉग PX/m इज इक्वल्स टू माइनस 2x²n। तो PX/PM लॉग उधर जाएगा तो एक्सपोनेंशियल फॉर्म च बन जाएगा e⁻ माइनस 2x² इज इक्वल्स टू इसनूं आपां की लिख सकते हैं माइनस n/2 इंटू 2x/n दी होल स्केयर। n दे नाल n कैंसल हो जाए, 2 दे नाल 2, तो सिमिलरली ए वाली टर्म बन जाएगी। अगर आप 2x/n एफ पुट कर दिए, 2x/n एफ पुट कर दिए तो PX/PM किस इक्वल आ जाएगा e⁻ माइनस n(f²/2। ਜਿਹੜਾ ਆਪਾਂ एफ पुट किया वो ਤੁਹਾਡੇ ਕੋਲੇ ਕੀ ਹੈ फ्रैक्शनल डेविएशन है फ्रॉम मोस्ट प्रोबेबल स्टेट। मोस्ट प्रोबेबल स्टेट तो कितनी ज़्यादा डेविएशन हुई है उस वो है अपने को एफ। हुण आप एनालाइज करते हैं रिलेशन बिटवीन PX एंड PM फॉर वेरीअस वैल्यूज ऑफ एफ। अगर नंबर ऑफ पार्टिकल्स अपने को है N, सपोज आप जी एफ उसकी वैल्यू कितनी लाई 0.1% डेविएशन है तो एफ नूं आपां की लिख सकते हैं 0.1/100 बन जाएगा। तो यह आ जाऊगा तुहाडे कोल 0.001 जिसनूं आपां लिख सकते हैं 10⁻³ जदों अपने कोल एफ की वैल्यू ए वाली है एफ नूं आपां पुट करांगे, एफ पुट करके तो अपने कोल की है PX/PM की वैल्यूज़ आ जाएगी। इस तरीके नाल आपां डिफरेंट जिहड़ियां N वैल्यूज़ है डिफरेंट वैल्यूज़ ऑफ N के लिए PX/PM की वैल्यू कैलकुलेट करांगे। अगर 10⁻³ पुट कर दिए तो आ वाली आ रही है PX/PM की वैल्यू। अगर 6 पुट करांगे 10⁻6 तो ए वाली वैल्यू आ रही है। 10⁻9 के लिए ए वाली वैल्यू अपने को 10⁻12 के लिए ए वाली वैल्यू। दैट मीनस की है जिमें जिमें आप N की वैल्यूज़ है वो इनक्रीज करते जा रहे हैं तो प्रोबेबिलिटी ऑफ 0.1% डेविएशन फ्रॉम मोस्ट प्रोबेबल स्टेट वो डिक्रीज होती जा रही है। तो 0.1% की है एफ की वैल्यू के लिए अपनी जी प्रोबेबिलिटी है की है डिक्रीज होती जा रही है। हुण ग्राफ है अपने को एक साइड तो आप N की वैल्यू शो करांगे, एक साइड PX/PM। जिमें जिमें अपने को N की वैल्यू की इनक्रीज होती जा रही है तो वो की है इंडीकेट कर रहे हैं जी प्रोबेबिलिटी हैगी या पॉसीबिलिटी हैगी डेविएशन फ्रॉम द मोस्ट प्रोबेबल स्टेट वो अपने को डिक्रीज होती जा रही है। ग्राफ तो शो होंदा है जिमें जिमें अपने को N की वैल्यू इनक्रीज करती जा रही है ग्राफ अपना नैरो बनता जा रही है। नैक्सट है स्टैटिक सिस्टम। If the constituent particles of a system remain at rest in a particular microstate, it is called static system. कोई भी सिस्टम है, सिस्टम के अगर अलग अलग कॉन्स्टिट्यूएंट पार्टिकल है जिस तो मिलकर सिस्टम बने हैं उस दे पार्टिकल अपने को रैस्ट के उपर है तो उस सिस्टम नूं आपां की कहांगे स्टैटिक सिस्टम। उस दे जिहड़े पार्टिकल्स ने अपने को स्टैटिक सिस्टम दे ना ही तो अपनी जिहड़ी पोजीशन है वो चेंज कर सकते हैं एक कंपार्टमेंट के एवें नहीं है एक कंपार्टमेंट के अगर इत्थे पे तो इत्थे आ जाएगा,
ਨਾ ਤਾਂ ਫਸਟ ਇੱਕੋ ਹੀ ਕੰਪਾਰਟਮੈਂਟ ਦੇ ਵਿੱਚ ਕਰ ਸਕਦੇ ਆ, ਅਤੇ ਨਾ ਹੀ ਐਵੇਂ ਹੋ ਸਕਦਾ ਵੀ ਇਸ ਕੰਪਾਰਟਮੈਂਟ ਨੂੰ ਛੱਡ ਕੇ ਇਸ ਦੇ ਵਿੱਚ ਚਲੇ ਜਾਣ। ਨਾ ਹੀ ਤਾਂ ਇੱਕ ਕੰਪਾਰਟਮੈਂਟ ਦੇ ਵਿੱਚ ਚੇਂਜ ਹੋ ਸਕਦੀ ਹੈ, ਅਤੇ ਨਾ ਹੀ ਆਪਣੇ ਕੋਲ ਦੂਜੀ ਕੰਪਾਰਟਮੈਂਟ ਦੇ ਵਿੱਚ ਜਾ ਸਕਦੇ ਹੈ, ਮੂਵ ਨਹੀਂ ਕਰ ਸਕਦੇ। ਐਵੇਂ ਦੇ ਸਿਸਟਮ ਨੂੰ ਆਪਾਂ ਕੀ ਕਹਿੰਦੇ ਹਾਂ, ਸਟੈਟਿਕ ਸਿਸਟਮ। ਤਾਂ ਆਪਣੇ ਕੋਲ ਕੀ ਹੋ ਸਕਦਾ ਫਿਰ, ਸਟੈਟਿਕ ਸਿਸਟਮ ਨਾ ਹੀ ਤਾਂ ਆਪਣੀ ਪੋਜੀਸ਼ਨ ਇੰਟਰਨਲ ਕਾਜ਼ ਦੇ ਕਾਰਨ ਚੇਂਜ ਕਰ ਸਕਦਾ ਹੈ, ਅਤੇ ਨਾ ਹੀ ਆਪਣੇ ਕੋਲ ਕੀ ਹੈ ਕੋਈ ਹੋਰ ਰੀਜ਼ਨ ਕਰਕੇ। ਇਹ ਉਦੋਂ ਹੀ ਅਪਲਾਈ ਹੈ, ਉਦੋਂ ਹੀ ਪੋਸੀਬਲ ਹੋ ਸਕਦੀ ਹੈ ਉਸਦੀ ਪੋਜੀਸ਼ਨ, ਫਿਰ ਹੀ ਚੇਂਜ ਕਰ ਸਕਦਾ ਹੈ ਜਦੋਂ ਤੱਕ ਆਪਾਂ ਬਾਹਰੋਂ ਕੋਈ ਜਿਹੜੀ ਫੋਰਸ ਹੈ ਉਹ ਅਪਲਾਈ ਨਹੀਂ ਕਰਦੇ। ਸਟੈਟਿਕ ਜਿਹੜਾ ਸਿਸਟਮ ਹੈ ਉਸ ਨੂੰ ਆਪਾਂ ਜਦੋਂ ਬਾਹਰੋਂ ਐਕਸਟਰਨਲ ਏਜੰਸੀ ਦੇਵਾਂਗੇ ਤਾਂ ਹੀ ਡਿਸਟਰਬ ਹੋ ਸਕਦਾ। ਦੈਟ ਮੀਨਸ ਕੀ ਹੈ, ਉਹ ਅਗਰ ਆਪਾਂ ਇੱਕ ਮੈਕਰੋਸਟੇਟ ਦੇ ਵਿੱਚ ਪਹਿਲਾਂ ਸੀ, ਆਪਾਂ ਫਿਰ ਕੀ ਹੈ ਬਾਹਰੋਂ ਅਪਲਾਈ ਕੀਤੀ ਹੈ, ਕੋਈ ਵੀ ਐਕਸਟਰਨਲ ਏਜੰਸੀ ਬਾਹਰੋਂ ਅਪਲਾਈ ਕੀਤੀ ਹੈ ਕੋਈ ਫੋਰਸ, ਜਿਸ ਨਾਲ ਜਿਹੜਾ ਸਿਸਟਮ ਹੈ ਡਿਸਟਰਬ ਹੋ ਗਿਆ, ਉਹ ਫਸਟ ਤੋਂ ਇੱਕ ਮੈਕਰੋਸਟੇਟ ਦੇ ਵਿੱਚ ਸੈਕਿੰਡ ਮਾਈਕਰੋਸਟੇਟ ਦੇ ਵਿੱਚ ਚਲਾ ਜਾਵੇਗਾ। ਅਗਰ ਉਸ ਤੋਂ ਬਾਅਦ ਆਪਾਂ ਜਿਹੜੀ ਡਿਸਟਰਬੈਂਸ ਕੀਤੀ ਹੈ ਉਸ ਨੂੰ ਡਿਸਅਪੀਅਰ ਕਰ ਦਾਂਗੇ, ਫਿਰ ਵੀ ਉਹ ਆਪਣੀ ਨਿਊ ਮੈਕਰੋਸਟੇਟ ਦੇ ਵਿੱਚ ਉੱਥੇ ਹੀ ਰਹੇਗਾ। ਤਾਂ ਪ੍ਰੋਬੇਬਿਲਿਟੀ ਆਫ ਫਾਈਂਡਿੰਗ ਦਾ ਸਿਸਟਮ ਇਨ ਅ ਪਰਟੀਕੂਲਰ ਮੈਕਰੋਸਟੇਟ ਉਹ ਕਿਸ ਦੇ ਇਕੁਅਲ ਹੈਗੀ ਹੈ, ਥਰਮੋਡਾਇਨਮਿਕ ਪ੍ਰੋਬੇਬਿਲਿਟੀ ਦੀ। ਸਟੈਟਿਕ ਜਿਹੜਾ ਸਿਸਟਮ ਹੈ ਉਸ ਦੀ ਆਪਣੇ ਕੋਲ ਐਗਜ਼ਾਮਪਲ ਕੀ ਹੈ, ਜਿਵੇਂ ਆਪਾਂ ਕੋਇਨਸ, ਕੋਈ ਵੀ ਸਿਸਟਮ ਲੈ ਲਈਏ ਕੋਇਨਸ ਦਾ ਜਾਂ ਡਾਈਸ ਦਾ। ਨੈਕਸਟ ਹੈਗਾ ਡਾਇਨੈਮਿਕ ਸਿਸਟਮ। ਡਾਇਨੈਮਿਕ ਸਿਸਟਮ ਕੀ ਹੈ, ਇਫ ਦਾ ਕੌਨਸਟੀਟਿਊਐਂਟ ਪਾਰਟੀਕਲ of a system can move so that system goes from one microstate to another। ਅਗਰ ਉਸ ਦੇ ਜਿਹੜੇ ਕੌਨਸਟੀਟਿਊਐਂਟ ਪਾਰਟੀਕਲ ਹੈ ਸਿਸਟਮ ਦੇ ਉਹ ਮੂਵ ਕਰ ਸਕਦੇ ਹੈ, ਤਾਂ ਐਵੇਂ ਦੇ ਸਿਸਟਮ ਨੂੰ ਆਪਾਂ ਕੀ ਕਹਾਂਗੇ, ਡਾਇਨਾਮਿਕ ਸਿਸਟਮ। ਡਾਇਨਾਮਿਕ ਸਿਸਟਮ ਹੈ ਜਿਹੜਾ ਖੁਦ ਵੀ ਚੇਂਜ ਹੋ ਸਕਦਾ ਹੈ, ਆਪਣੀ ਪੋਜੀਸ਼ਨ ਖੁਦ ਵੀ ਚੇਂਜ ਕਰ ਸਕਦਾ ਹੈ, ਅਤੇ ਇੰਟਰਨਲ ਕਾਜ਼ ਐਕਸਟਰਨਲ ਕਾਜ਼ ਦੇ ਕਾਰਨ ਵੀ ਹੋ ਸਕਦਾ। ਇੰਟਰਨਲ ਕਾਜ਼ ਦੇ ਕਾਰਨ ਵੀ ਉਹ ਆਪਣੀ ਪੋਜੀਸ਼ਨ ਚੇਂਜ ਕਰ ਸਕਦੇ ਅਤੇ ਐਕਸਟਰਨਲ ਕਾਜ਼ ਦੇ ਕਾਰਨ। ਇਸ ਦੇ ਐਗਜ਼ਾਮਪਲ ਹੈਗੇ ਜਿੰਨੇ ਵੀ ਆਪਾਂ ਨੇਚਰ ਦੇ ਵਿੱਚ ਡੀਲ ਕਰਦੇ ਹਾਂ ਸਿਸਟਮ ਦੇ ਨਾਲ, ਉਹ ਸਾਰੇ ਆਪਣੇ ਕੋਲ ਕੀ ਆ, ਮੋਸਟ ਆਫ ਡਾਇਨੈਮਿਕ ਹੈ। ਫੋਰ ਐਗਜ਼ਾਮਪਲ ਕੋਈ ਵੀ ਗੈਸ ਸੈਂਪਲ ਹੈ, ਉਹ ਆਪਣੇ ਕੋਲ ਐਗਜ਼ਾਮਪਲ ਹੈਗੀ ਹੈ ਡਾਇਨੈਮਿਕ ਸਿਸਟਮ ਦੀ।